वाल्मीकि जय वाल्मीकि जय वाल्मीकि जय वाल्मीकि। जो मरे सो न पाए। भगवान वाल्मीकि महाराज की जय।
वाल्मीकि महाराज की जय। ਕੁਝ ਆਉਂਦੇ ਨੇ ਇਸ ਜਹਾਂ ਵਿੱਚ ਜੋ ਭੁਲਾਈ ਕਰ ਜਾਂਦੇ ਨੇ ਕਰਕੇ ਮਿਹਨਤ ਦੂਜਿਆਂ ਦੀ ਤਕਦੀਰ ਬਣਾ ਜਾਂਦੇ ਨੇ ਕਰ ਗਏ ਨੇ ਸਾਡੇ ਤੇ ਬਹੁਤ ਵੱਡਾ ਅਹਿਸਾਨ ਬਣਾ ਕੇ ਛੱਡ ਗਏ ਨੇ ਮੰਦਰ ਹੈ ਸਾਡੇ ਵਾਸਤੇ जो बोले सो निर्भय भगवान वाल्मीकि महाराज की जय। जो बोले सो निर्भय सतगुरु रविदास महाराज की जय। गुरु रूप साध संगत जी, ਅਸੀਂ ਅੱਜ ਭਗਵਾਨ ਵਾਲਮੀਕ ਮੰਦਰ ਬੈਡਫੋਰਡ ਤੋਂ ਕਾਂਸ਼ੀ ਟੀਵੀ ਦੇ ਮਾਧਿਅਮ ਰਾਹੀਂ ਅਸੀਂ ਸਾਡੇ ਮੰਦਰ ਦੀ ਟੀਮ ਆਪ ਜੀ ਦੇ ਸਾਹਮਣੇ ਪ੍ਰਸਤੁਤ ਹੋਏ ਹਾਂ। ਅਸੀਂ ਅੱਜ ਵਾਲਮੀਕੀ ਕੌਮ ਦੇ ਬੜੇ ਹੀ ਕ੍ਰਾਂਤੀਕਾਰੀ ਮਹਾਨ ਯੋਧਾ ਪੰਡਿਤ ਬਖਸ਼ੀ ਰਾਮ ਜੀ ਦੇ ਜੀਵਨ ਦੇ ਉੱਤੇ ਝਾਤੀ ਮਾਰਾਂਗੇ। ਕਾਂਸ਼ੀ ਟੀਵੀ ਦਾ ਧੰਨਵਾਦ ਕਰਦੇ ਹੋਏ ਅਸੀਂ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੇ ਹਾਂ। ਪਿਆਰੇ ਦਰਸ਼ਕੋ, ਅੱਜ ਦੇ ਇਸ ਪ੍ਰੋਗਰਾਮ ਵਿੱਚ ਮੇਰੇ ਨਾਲ ਸਾਡੇ ਕਲਚਰਲ ਸੈਕਟਰੀ ਮੇਰੇ ਖੱਬੇ ਪਾਸੇ ਬੈਠੇ ਕਰਤਾਰ ਚੰਦ ਸੋਹਤਾ ਜੀ ਆਪ ਦੀ ਸੇਵਾ ਵਿੱਚ ਹਾਜ਼ਰ ਹਨ ਔਰ ਮੇਰੇ ਖੱਬੇ ਪਾਸੇ ਸਾਡੇ ਅਸਿਸਟੈਂਟ ਕਲਚਰ ਸੈਕਟਰੀ ਸ਼੍ਰੀ ਤਜਿੰਦਰ ਨਾਹਰ ਜੀ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਪਾਉਣ ਲਈ ਵਿਰਾਜਮਾਨ ਹਨ। ਪਿਆਰੇ ਦਰਸ਼ਕੋ, ਪੰਡਿਤ ਬਖਸ਼ੀ ਰਾਮ ਜੀ ਇੱਕ ਬਹੁਤ ਹੀ ਮੰਨੇ ਪ੍ਰਵਾਨੇ ਇਤਿਹਾਸ ਦੇ ਖੋਜੀ ਹੋਣ ਦੇ ਨਾਲ ਨਾਲ ਆਦਿ ਧਰਮ ਮੰਡਲ ਦੇ ਮੋਢੀ ਮੈਂਬਰ ਵੀ ਸੀ। ਉਹਨਾਂ ਨੇ ਉਹਨਾਂ ਦੇ ਨਾਲ ਸਾਰਿਆਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਆਦਿ ਧਰਮ ਮੰਡਲ ਦੇ ਵਿੱਚ ਕੰਮ ਕੀਤਾ। ਇਸ ਦੇ ਨਾਲ ਉਹ ਪੰਜਾਬ ਪ੍ਰੈਸ ਵਾਲਮੀਕ ਸਭਾ ਦੇ ਫਿਰ ਪ੍ਰਧਾਨ ਵੀ ਬਣੇ ਔਰ ਬੜੀ ਉੱਚ ਕੋਟੀ ਦੀ ਇਹ ਪਦਵੀ ਸੀ ਜਿਹੜੀ ਉਹਨਾਂ ਨੇ ਸੰਭਾਲੀ। ਔਰ ਇਸ ਤੋਂ ਇਲਾਵਾ ਭਾਰਤ ਦੀ ਆਜ਼ਾਦੀ ਵਿੱਚ ਜੋ ਉਹਨਾਂ ਦਾ ਪੁਰਜੋਸ਼ ਕਿਰਦਾਰ ਸੀ ਉਹ ਕਿਸੇ ਤੋਂ ਲੁਕਿਆ ਨਹੀਂ ਹੈ। ਪਿਆਰੇ ਦਰਸ਼ਕੋ, ਆਓ ਸਭ ਤੋਂ ਪਹਿਲਾਂ ਆਪਾਂ ਪੰਡਿਤ ਬਖਸ਼ੀ ਰਾਮ ਜੀ ਦੇ ਜਨਮ ਦੇ ਬਾਰੇ, ਉਹਨਾਂ ਦੇ ਮਾਤਾ ਪਿਤਾ ਦੇ ਬਾਰੇ, ਉਹਨਾਂ ਦੇ ਪਰਿਵਾਰ ਦੇ ਬਾਰੇ ਕਰਤਾਰ ਚੰਦ ਜੀ ਨੂੰ ਅਰਜ਼ ਕਰੀਏ ਕਿ ਉਹ ਸਾਨੂੰ ਇਹ ਜਾਣਕਾਰੀ ਦੇਣ। ਹਾਂਜੀ ਕਰਤਾਰ ਚੰਦ ਜੀ। ਸਤਿਕਾਰਯੋਗ ਵੀਰੋ ਤੇ ਭੈਣੋ, ਪੰਡਿਤ ਬਖਸ਼ੀ ਰਾਮ ਜੀ ਦਾ ਜਨਮ 12 ਸਤੰਬਰ 1902 ਨੂੰ ਪਿੰਡ ਬੁਡਾਲਾ, ਤਹਿਸੀਲ ਨਕੋਦਰ, ਜ਼ਿਲ੍ਹਾ ਜਲੰਧਰ ਵਿਖੇ ਹੋਇਆ। ਉਹਨਾਂ ਦੀ ਮਾਤਾ ਜੀ ਦਾ ਨਾਮ ਬੀਬੀ ਹਰਨਾਮ ਕੌਰ ਜੀ ਸੀ ਅਤੇ ਉਹਨਾਂ ਦੇ ਪਿਤਾ ਜੀ ਦਾ ਨਾਮ ਰਾਜੂ ਰਾਮ ਜੀ ਸੀ। ਛੋਟੀ ਉਮਰ ਵਿੱਚ ਹੀ ਪੰਡਿਤ ਜੀ ਦੇ ਸਿਰ ਤੋਂ ਉਹਨਾਂ ਦੇ ਪਿਤਾ ਜੀ ਦਾ ਸਾਇਆ ਉੱਠ ਗਿਆ ਸੀ। ਉਹਨਾਂ ਨੇ ਆਪਣੀ ਪੜ੍ਹਾਈ ਘਰ ਦੇ ਕੰਮਾਂ ਕਾਰਾਂ ਤੋਂ ਵਿਹਲ ਕੱਢ ਕੇ ਕੀਤੀ। ਰਾਤ ਦੇ ਸਮੇਂ ਉਹਨਾਂ ਨੇ ਆਪਣੀ ਪੜ੍ਹਾਈ ਕਰਦਿਆਂ ਸ਼੍ਰੀ ਸ਼ਿਵਨੰਦ ਜੀ ਪਾਸੋਂ ਪ੍ਰਾਪਤ ਕੀਤੀ। ਉਹਨਾਂ ਨੇ ਹਿੰਦੀ ਸਿੱਖ ਕੇ ਰਾਮਾਇਣ ਅਤੇ ਭਗਵਤ ਪੁਰਾਣ ਅਜਿਹੀਆਂ ਧਾਰਮਿਕ ਪੁਸਤਕਾਂ ਪੜ੍ਹੀਆਂ। ਉਹਨਾਂ ਨੇ ਪੰਜਾਬੀ ਜਥੇਰਾਮ ਜੋਧਾ ਜੀ ਪਾਸੋਂ ਪ੍ਰਾਪਤ ਕੀਤੀ। ਪੰਡਿਤ ਬਖਸ਼ੀ ਰਾਮ ਜੀ ਨੇ ਨਾਈਟ ਸਕੂਲ ਵਿੱਚੋਂ ਉਰਦੂ ਦੀ ਪੜ੍ਹਾਈ 4 ਜਮਾਤਾਂ ਤੱਕ ਪ੍ਰਾਪਤ ਕੀਤੀ ਸੀ। ਸਵਾਮੀ ਸ਼ੂਦਰਾਨੰਦ ਜੀ ਪਾਸੋਂ ਉਹਨਾਂ ਨੇ ਮਨੂ ਸਮ੍ਰਿਤੀ
ਅਤੇ ਹੋਰ ਸਮ੍ਰਿਤੀਆਂ ਵੀ ਪੜ੍ਹੀਆਂ ਸਨ। ਛੋਟੀ ਉਮਰ ਵਿੱਚ ਹੀ ਉਹ ਹਿੰਦੂ ਸਮਾਜ ਬਾਰੇ ਬਹੁਤ ਕੁਝ ਜਾਣਕਾਰੀ ਪ੍ਰਾਪਤ ਕਰ ਚੁੱਕੇ ਸਨ। ਉਹਨਾਂ ਨੇ ਆਪਣੇ ਨਾਲ ਬੀਤੇ ਕੁਝ ਜਾਤੀ ਵਿਤਕਰਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਸਮੇਂ ਦੇ ਵਾਲਮੀਕੀ ਸਮਾਜ ਨੂੰ ਪਰਖਿਆ, ਘੋਖਿਆ ਅਤੇ ਉੱਚ ਜਾਤੀਆਂ ਦੇ ਭੈੜੇ ਅਤੇ ਨਫ਼ਰਤ ਭਰੇ ਸਮਾਜਿਕ ਵਿਵਹਾਰ ਤੋਂ ਛੁਟਕਾਰਾ ਦਿਵਾਉਣ ਲਈ ਵਾਲਮੀਕੀ ਸਮਾਜ ਨੂੰ ਜਾਗਰੂਕ ਕਰਨ ਬਾਰੇ ਵਿਚਾਰਨਾ ਸ਼ੁਰੂ ਕਰ ਦਿੱਤਾ। ਉਹਨਾਂ ਵਾਲਮੀਕੀ ਸਮਾਜ ਪ੍ਰਤੀ ਆਪਣੀ ਕਾਰਗੁਜ਼ਾਰੀ ਦਾ ਕੰਮ ਆਪਣੇ ਧਾਰਮਿਕ ਪ੍ਰਚਾਰਾਂ ਤੋਂ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਉਹਨਾਂ ਨੇ ਆਪਣੇ ਪਿੰਡ ਹੀ ਇੱਕ ਸੰਗੀਤ ਮੰਡਲੀ ਤਿਆਰ ਕੀਤੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਵਾਲਮੀਕੀ ਸਭਾ ਆਪਣੇ ਪਿੰਡ ਵਿੱਚ ਕਾਇਮ ਕੀਤੀ। ਸੰਨ 1925 ਵਿੱਚ ਉਹਨਾਂ ਨੇ ਨੂਰ ਮਹਿਲ ਵਿਖੇ ਆਪਣੇ ਭਾਸ਼ਣ ਵਿੱਚ ਵਾਲਮੀਕੀਆਂ ਦੇ ਭਾਰੀ ਇਕੱਠ ਵਿੱਚ ਬੋਲਦਿਆਂ ਵਾਲਮੀਕੀ ਸਮਾਜ ਦੇ ਸੁਧਾਰ ਲਈ ਕੁਝ ਉਹਨਾਂ ਨੇ ਮਸ਼ਵਰੇ ਪੇਸ਼ ਕੀਤੇ ਅਤੇ ਉਹਨਾਂ ਦਾ ਕਰਕੇ ਉਹਨਾਂ ਦੀ ਕਾਫੀ ਸ਼ਲਾਘਾ ਹੋਈ ਅਤੇ ਉਹ ਬਹੁਤ ਹੀ ਪਿਆਰੇ, ਹਰਮਨ ਪਿਆਰੇ ਹੋ ਗਏ ਅਤੇ ਉਹਨਾਂ ਦੀ ਲੋਕਪ੍ਰਿਯਤਾ ਵਧੀ ਅਤੇ ਇਸੇ ਕਰਕੇ ਉਹਨਾਂ ਨੇ ਇਸ ਆਪਣੇ ਬਿਖਰੇ ਅਤੇ ਮਿੱਧੇ ਹੋਏ ਸਮਾਜ ਨਾਲ ਜੁੜ ਕੇ ਇਸ ਦੀ ਬਿਹਤਰੀ ਲਈ ਬਹੁਤ ਸਾਰੇ ਕੰਮ ਅਤੇ ਆਪਣੀ ਪੂਰੀ ਲਗਨ ਨਾਲ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਇਸੇ ਤਰ੍ਹਾਂ ਉਹ ਵਾਲਮੀਕੀ ਸਮਾਜ ਵਿੱਚ ਵਿਚਰਦੇ ਹੋਏ ਹੋਰ ਕੰਮ ਕਰਨ ਵਿੱਚ ਕੰਮ ਕਰਦੇ ਕਰਦੇ ਲੋਕਾਂ ਵਿੱਚ ਬਹੁਤ ਪ੍ਰਸਿੱਧ ਹੋ ਗਏ। ਹਾਂਜੀ ਕਲਿਆਣ ਜੀ। हाँ जी, बहुत बहुत धन्यवाद करतार चंद जी, जो आपने सानू पंडित बख्शी राम जी के बारे जानकारी दी है। पर दर्शकों, असी जे देखिए तो जिस तरह साढ़े लखां करोड़ा लोग जात पात के वितकरे तो मार खाते आए हैं, हज़ारां ही सालों तो पंडित बख्शी राम जी भी इस जात पात के वितकरे तो बच नहीं सके और उन्होंने विच जज्बा पैदा होया, जागृति पैदा हुई ताकि वो अपनी कौम लई कुछ कर सके। आप सारे जानते हाँ कि किसी इंसान नूं कई बारी ठोकर लगती है तो वो अपने लई, अपनी कौम लई कुछ ना कुछ करता है। इसे ही तरह पंडित बख्शी राम जी उन्होंने नाल भी जो उन्होंने जात पात के वितकरे तो जो उन्हें दुख महसूस किया, उस विच उन्हें अपनी कौम लई अपना जीवन लगा दिता और बड़ी उच्च कोटि की प्रेरणा उन्होंने अपनी कौम नूं दिती। तजिंदर जी, कांशी टीवी के दर्शकों नूं आप दस सकते हो कि उन्हां दा समाज सेवा वल उन्हां दे जज्बात किस तरह होने दे विच आए और अगे चल के उन्होंने पंजाब प्रदेश वाल्मीकि सभा के प्रधान का अहुदा भी संभालिया। हाँ जी कल्याण जी, ये कुदरती हुंदा है कि समाज विच सारे लोग एक विचारधारा दे नहीं हुंदे। कुछ लोग समाजिक नफरत अते कुरतन दूर करने लई हमेशा यतनशील रहिंदे हन। अजिहा करदिआं उन्हां दे जीवन विच कई अजिहियां घटनावां वापरदियां हन जिन्हां करके वो अपने मकसद की पूर्ति करन लई होर उत्तेजित हो जाते हैं। अजिहा ही कुछ पंडित बख्शी राम जी नाल वापरिया, जिस कारण उन्हां इस समाजिकता की बराबरी
ਦੀਆਂ ਚੱਲੀਆਂ ਆ ਰਹੀਆਂ ਰਵਾਇਤਾਂ ਖਿਲਾਫ ਆਵਾਜ਼ ਉਠਾਉਣੀ ਸ਼ੁਰੂ ਕੀਤੀ। ਪੰਡਤ ਜੀ ਆਪਣੀ ਬੁੱਕ ਮੇਰਾ ਜੀਵਨ ਸੰਘਰਸ਼ ਵਿੱਚ ਖੁਦ ਲਿਖਦੇ ਹਨ ਕਿ ਮੇਰੇ ਜਨਮ ਸਮੇਂ ਛੂਤ ਛਾਤ ਬੜੀ ਜ਼ੋਰਾਂ ਤੇ ਸੀ। ਮਨੁੱਖ ਤੋਂ ਘਿਰਨਾ ਕਰਦਾ ਸੀ ਤੇ 7 ਕਰੋੜ ਮਨੁੱਖਾਂ ਨੂੰ ਉੱਚੀ ਜਾਤੀ ਵਾਲੇ ਭਾਰਤੀ ਅਛੂਤ ਸਮਝ ਕੇ ਉਹਨਾਂ ਨਾਲ ਕੁੱਤੇ ਬਿੱਲੀਆਂ ਤੋਂ ਵੀ ਭੈੜਾ ਸਲੂਕ ਕਰਦੇ ਸਨ। ਜਿੱਥੇ ਕੁੱਤੇ ਬਿੱਲੀਆਂ ਜਾ ਸਕਦੇ ਸਨ ਉੱਥੇ ਅਛੂਤ ਲੋਕਾਂ ਨੂੰ ਨਹੀਂ ਸੀ ਜਾਣ ਦਿੱਤਾ ਜਾਂਦਾ। ਇਸੇ ਲਈ ਅਮਰੀਕਾ ਤੋਂ ਇੱਕ ਕੁੜੀ ਮਿਸ ਮਿਊ ਨੇ ਜਦ ਉਹ 1927 ਵਿੱਚ ਭਾਰਤ ਆਈ ਤਾਂ ਵਾਪਸੀ 'ਤੇ ਉਹਨਾਂ ਨੇ ਅੱਖੀਂ ਡਿੱਠਾ ਹਾਲ ਉੱਤੇ ਮਦਰ ਇੰਡੀਆ ਨਾਂ ਦੀ ਇੱਕ ਪੁਸਤਕ ਲਿਖੀ, ਜਿਸ ਵਿੱਚ ਉਸਨੇ ਲਿਖਿਆ ਕਿ ਭਾਰਤੀ ਲੋਕ ਕਿਹੜੇ ਮੂੰਹ ਨਾਲ ਆਜ਼ਾਦੀ ਮੰਗਦੇ ਹਨ, ਜਦ ਕਿ ਉਹ ਆਪਣੇ ਦੇਸ਼ ਵਿੱਚ ਵਸਦੇ ਕਰੋੜਾਂ ਲੋਕਾਂ ਨੂੰ ਆਜ਼ਾਦੀ ਨਹੀਂ ਦਿੰਦੇ। ਉਹਨਾਂ ਨਾਲ ਗੁਲਾਮਾਂ ਤੋਂ ਵੀ ਭੈੜਾ ਸਲੂਕ ਕੀਤਾ ਜਾਂਦਾ ਹੈ। ਉਪਰੋਕਤ ਘਟਨਾਵਾਂ ਅਤੇ ਦਲਿਤ ਜਾਤੀ ਨਾਲ ਵਾਪਰ ਰਹੀ ਹਾਲਤ ਦਾ ਮੇਰਾ ਜ਼ਿੰਦਗੀ 'ਤੇ ਅਸਰ ਪੈਣਾ ਕੁਦਰਤੀ ਹੀ ਸੀ। ਪੰਡਤ ਬਖਸ਼ੀ ਰਾਮ ਜੀ ਨੇ ਵਾਲਮੀਕੀ ਸਮਾਜ ਨੂੰ ਅਜਿਹੇ ਭੇੜੇ ਵਿਵਹਾਰ ਤੋਂ ਛੁਟਕਾਰਾ ਦਿਵਾਉਣ ਲਈ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ। ਇਹਨਾਂ ਗੱਲਾਂ ਨੇ ਉਹਨਾਂ ਨੂੰ ਹੋਰ ਉਤੇਜਿਤ ਕੀਤਾ, ਜਿਸ ਕਰਕੇ ਉਹ ਵਾਲਮੀਕੀ ਸਮਾਜ ਦੀ ਸੇਵਾ ਵਿੱਚ ਹੋਰ ਰੁਝੇਵਾਂ ਦਿਖਾਉਣ ਲੱਗੇ। ਉਹਨਾਂ ਦੀਆਂ ਸੇਵਾ ਨੂੰ ਦੇਖਦੇ ਹੋਏ ਸੰਨ 1949 ਵਿੱਚ ਉਹਨਾਂ ਨੂੰ ਪੰਜਾਬ ਪ੍ਰਦੇਸ਼ ਵਾਲਮੀਕ ਸਭਾ ਦਾ ਪ੍ਰਧਾਨ ਚੁਣ ਲਿਆ ਗਿਆ। ਹਾਂਜੀ ਕਲਿਆਣ ਜੀ। ਹਾਂਜੀ, बहुत बहुत धन्यवाद तजिंदर नाथ जी, जो आपने सारे दर्शकों ਨੂੰ पंडित बख्शी राम जी ਦੇ ਬਾਰੇ ਜਾਣਕਾਰੀ ਦਿੱਤੀ ਹੈ। ਪਿਆਰੇ ਦਰਸ਼ਕੋ, ਆਪਾਂ ਸਾਰੇ ਹੀ ਜਾਣਦੇ ਹਾਂ ਕਿ ਸਮੇਂ ਦੇ ਨਾਲ ਸਾਡੇ ਵਿੱਚ ਇਹੋ ਜਿਹੇ ਇਨਸਾਨ ਪੈਦਾ ਹੁੰਦੇ ਹਨ ਕਿ ਜੋ ਆਪਣੇ ਕੌਮ ਲਈ ਬੜੇ ਮਹਾਨ ਕਾਰਜ ਕਰ ਜਾਂਦੇ ਹਨ। ਇਸੇ ਤਰ੍ਹਾਂ ਪੰਡਿਤ ਬਖਸ਼ੀ ਰਾਮ ਜੀ ਨੇ ਸਮੇਂ ਦੀਆਂ ਮੁਸੀਬਤਾਂ ਚੱਲਦੇ ਹੋਏ ਸਾਡੀ ਕੌਮ ਦੇ ਉੱਤੇ ਜੋ ਜਾਤ ਪਾਤ ਦਾ ਵਿਤਕਰਾ ਚੱਲ ਰਿਹਾ ਸੀ, ਉਸ ਨੂੰ ਦੇਖਦੇ ਹੋਏ ਉਹਨਾਂ ਨੇ ਬੜੇ ਮਹਾਨ ਕਾਰਜ ਆਪਣੀ ਜ਼ਿੰਦਗੀ ਵਿੱਚ ਵਾਲਮੀਕੀ ਭਾਈਚਾਰੇ ਲਈ ਕੀਤੇ। ਕਰਤਾਰ ਚੰਦ ਜੀ, ਆਪ ਸਾਰੇ ਦਰਸ਼ਕਾਂ ਨੂੰ ਬੜੇ ਵਿਸਤਾਰ ਦੇ ਨਾਲ ਜੋ ਉਹਨਾਂ ਨੇ ਇਹ ਮਹਾਨ ਕਾਰਜ ਕੀਤੇ, ਇਸ 'ਤੇ ਰੋਸ਼ਨੀ ਪਾ ਕੇ ਦੱਸੋ ਕਿ ਜੋ ਪੰਡਿਤ ਬਖਸ਼ੀ ਰਾਮ ਜੀ ਦੀ ਕੁਰਬਾਨੀ ਹੈ ਉਹ ਕਿੰਨੀ ਸਾਡੀ ਸਾਰੀ ਕੌਮ ਲਈ ਮਹੱਤਵਪੂਰਨ ਹੈ। ਹਾਂਜੀ ਕਲਿਆਣ ਜੀ, ਜਿਸ ਤਰ੍ਹਾਂ ਛੋਟੇ ਵੀਰ ਤਜਿੰਦਰ ਨਾਥ ਜੀ ਨੇ ਦੱਸਿਆ ਹੈ ਕਿ ਪੰਡਿਤ ਬਖਸ਼ੀ ਰਾਮ ਜੀ ਨਾਲ ਜਾਤ ਪਾਤ ਨੂੰ ਲੈ ਕੇ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੇ ਉਹਨਾਂ ਦੇ ਜੀਵਨ 'ਤੇ ਬਹੁਤ ਡੂੰਘਾ ਅਸਰ ਕੀਤਾ ਅਤੇ ਉਹਨਾਂ ਨੇ ਵਾਲਮੀਕੀ ਸਮਾਜ ਨੂੰ ਇਸ ਨਫ਼ਰਤ ਭਰੇ ਵਤੀਰੇ ਤੋਂ ਛਡਾਉਣ ਦਾ ਬੀੜਾ ਚੁੱਕ ਲਿਆ। ਉਸ ਸਮੇਂ ਉਹਨਾਂ ਮਹਿਸੂਸ ਕੀਤਾ ਕਿ ਆਜ਼ਾਦ ਭਾਰਤ ਦੇ ਸੰਵਿਧਾਨ ਵਿੱਚ ਹਰ ਭਾਰਤੀ ਸ਼ਹਿਰੀ ਨੂੰ ਜਾਤੀ ਤੌਰ 'ਤੇ ਜਾਂ ਗਰੀਬੀ ਤੌਰ 'ਤੇ
ਪਛੜੇ ਹੋਣ ਕਰਕੇ ਕੁਝ ਵਿਸ਼ੇਸ਼ ਅਧਿਕਾਰ ਪ੍ਰਾਪਤ ਹਨ, ਪਰ ਆਮ ਵਾਲਮੀਕੀਆਂ ਨੂੰ ਇਹਨਾਂ ਰਾਜਨੀਤਿਕ, ਆਰਥਿਕ, ਸਮਾਜਿਕ ਅਤੇ ਵਿਦਿਅਕ ਅਧਿਕਾਰਾਂ ਬਾਰੇ ਕੋਈ ਗਿਆਨ ਨਹੀਂ ਹੈ। ਪੰਡਿਤ ਬਖਸ਼ੀ ਰਾਮ ਜੀ ਨੇ ਪਿੰਡੋਂ ਪਿੰਡ ਜਾ ਕੇ ਕਾਨਫਰੰਸਾਂ ਕਰਕੇ ਆਮ ਲੋਕਾਂ ਨੂੰ ਉਹਨਾਂ ਦੇ ਅਧਿਕਾਰਾਂ ਤੋਂ ਜਾਣੂ ਕਰਵਾਇਆ। ਉਹਨਾਂ ਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਵਾਲਮੀਕੀ ਜਾਤੀ ਨਾਲ ਜੁੜੇ ਘਟੀਆ ਅਤੇ ਨਫ਼ਰਤ ਭਰੇ ਸ਼ਬਦਾਂ ਨੂੰ ਬੰਦ ਕਰਵਾਉਣ ਲਈ ਕਾਨੂੰਨੀ ਸੰਘਰਸ਼ ਕਰਕੇ ਬੰਦ ਕਰਵਾਇਆ। ਉਹਨਾਂ ਵਾਲਮੀਕੀਆਂ ਨੂੰ ਭਗਵਾਨ ਵਾਲਮੀਕ ਜੀ ਨੂੰ ਆਪਣਾ ਗੁਰੂ ਮੰਨ ਕੇ ਉਹਨਾਂ ਦੀ ਪੂਜਾ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਵਾਲਮੀਕੀ ਸਭਾਵਾਂ ਨੂੰ ਰਮਾਇਣ ਅਤੇ ਸ਼੍ਰੀ ਯੋਗ ਸ਼ਿਸ਼ਟ ਗ੍ਰੰਥ ਨੂੰ ਧਾਰਮਿਕ ਗ੍ਰੰਥ ਮੰਨ ਕੇ ਪ੍ਰਚਾਰ ਕਰਨ ਲਈ ਪ੍ਰੇਰਿਤ ਕੀਤਾ। ਭਗਵਾਨ ਵਾਲਮੀਕ ਜੀ ਦੇ ਜਨਮ ਦਿਵਸ ਦੀ ਛੁੱਟੀ ਲਈ ਪੰਜਾਬ ਸਰਕਾਰ ਨਾਲ ਸੰਘਰਸ਼ ਕਰਕੇ ਉਹਨਾਂ ਨੇ ਇਹ ਛੁੱਟੀ ਮਨਜ਼ੂਰ ਕਰਵਾਈ ਅਤੇ ਨਾਲ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵਾਲਮੀਕੀ ਚੇਅਰ ਨਿਯੁਕਤ ਕਰਵਾਈ। ਉਹਨਾਂ ਭਗਵਾਨ ਵਾਲਮੀਕ ਜੀ ਦੇ ਤੀਰਥ ਨੂੰ ਰਾਮ ਤੀਰਥ ਦੀ ਆਜ਼ਾਦੀ ਲਈ ਸਮੇਂ ਦੀ ਸਰਕਾਰ ਨਾਲ ਬਹੁਤ ਵੱਡੀ ਲੜਾਈ ਲੜੀ ਅਤੇ ਇਸ ਤੀਰਥ ਨੂੰ ਵਾਲਮੀਕੀ ਤੀਰਥ ਘੋਸ਼ਿਤ ਕਰਵਾਇਆ। ਸੰਨ 1951 ਵਿੱਚ ਦਿਹਾਤੀ ਮਜ਼ਦੂਰ ਸਭਾ ਕਾਇਮ ਕਰਕੇ ਵਾਲਮੀਕੀਆਂ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਸੁਧਾਰ ਦੇ ਕੰਮਾਂ ਲਈ ਸਰਕਾਰ ਪਾਸੋਂ ਅਧਿਕਾਰਾਂ ਦੀ ਮੰਗ ਕੀਤੀ। ਸੰਨ 1952 ਵਿੱਚ ਉਹਨਾਂ ਕਪੂਰਥਲੇ ਵਿਖੇ ਇੱਕ ਬਹੁਤ ਵੱਡੀ ਕਾਨਫਰੰਸ ਕਰਕੇ ਵਾਲਮੀਕੀ ਸਮਾਜ ਨਾਲ ਜੁੜੇ ਹੋਏ ਘਟੀਆ ਅਤੇ ਨੀਚ ਗੰਦੇ ਸਮਝੇ ਜਾਣ ਵਾਲੇ ਕੰਮਾਂ ਨੂੰ ਕਰਨ ਤੋਂ ਵਰਜਿਤ ਕੀਤਾ। ਪਿੰਡ ਦੀ ਪੰਚਾਇਤ, ਨਗਰ ਪਾਲਿਕਾ, ਬਲਾਕ ਸੰਮਤੀਆਂ, ਵਿਧਾਨ ਸਭਾ ਅਤੇ ਲੋਕ ਸਭਾ ਵਿੱਚ ਜੋ ਰਿਜ਼ਰਵੇਸ਼ਨ ਦੇ ਆਧਾਰ 'ਤੇ ਸੀਟਾਂ ਵਾਲਮੀਕੀਆਂ ਲਈ ਮੁਕਰਰ ਕਰਵਾਈਆਂ ਸਨ, ਉਹਨਾਂ ਨੂੰ ਲੜਨ ਲਈ ਪ੍ਰੇਰਿਤ ਕੀਤਾ। ਇੱਥੋਂ ਤੱਕ ਕਿ ਉਹਨਾਂ ਨੇ ਖੇਤ ਮਜ਼ਦੂਰ ਅਤੇ ਕਾਰਖਾਨਾ ਮਜ਼ਦੂਰ ਦੀਆਂ ਪੱਕੀਆਂ ਤਨਖਾਹਾਂ ਮਨਜ਼ੂਰ ਕਰਵਾਈਆਂ। ਇਸ ਤੋਂ ਉਹਨਾਂ ਧਾਰਮਿਕ ਅਤੇ ਸਮਾਜਿਕ ਖੇਤਰ ਵਿੱਚ ਵੀ ਆਪਣੀ ਸੂਝ-ਬੂਝ ਨਾਲ ਵਾਲਮੀਕੀ ਸਮਾਜ ਦੀ ਬਹੁਤ ਸੇਵਾ ਕੀਤੀ, ਜੋ ਸ਼ਲਾਘਾ ਕਰਨ ਯੋਗ ਹੈ। ਹਾਂਜੀ ਕਲਿਆਣ ਜੀ। ਹਾਂਜੀ ਕਰਤਾਰ ਚੰਦ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਆਪਨੇ ਵੀ ਬਹੁਤ ਹੀ ਵਿਸਤਾਰ ਦੇ ਨਾਲ ਸਾਨੂੰ ਜੋ ਬੜੇ ਮਹਾਨ ਕਾਰਜ ਪੰਡਿਤ ਜੀ ਨੇ ਕੀਤੇ ਆਪਣੀ ਜ਼ਿੰਦਗੀ ਵਿੱਚ, ਉਹਨਾਂ ਦੇ ਬਾਰੇ ਦੱਸਿਆ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਬ੍ਰੇਕ ਵੱਲ ਆ ਰਹੇ ਹਾਂ। ਬ੍ਰੇਕ ਤੋਂ ਬਾਅਦ ਫਿਰ ਆਪ ਦੇ ਨਾਲ ਜੁੜਾਂਗੇ। ਜੋ ਬੋਲੇ ਸੋ ਨਿਰਭੈ, ਭਗਵਾਨ ਵਾਲਮੀਕੀ ਮਹਾਰਾਜ ਕੀ ਜੈ। ਜੋ ਬੋਲੇ ਸੋ ਨਿਰਭੈ, ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। वाल्मीकि जय वाल्मीकि जय वाल्मीकि जय वाल्मीकि। ਕੁਝ ਆਉਂਦੇ ਨੇ ਇਸ ਜਹਾਂ ਵਿੱਚ ਜੋ ਭੁਲਾਈ ਕਰ ਜਾਂਦੇ ਨੇ, ਕਰਕੇ ਮਿਹਨਤ ਦੂਜਿਆਂ ਦੀ ਤਕਦੀਰ ਬਣਾ ਜਾਂਦੇ ਨੇ। ਕਰ ਗਏ ਨੇ ਸਾਡੇ ਤੇ ਬਹੁਤ ਵੱਡਾ ਅਹਿਸਾਨ, ਬਣਾ ਕੇ ਛੱਡ ਗਏ ਨੇ ਮੰਦਰ, ਹੈ ਸਾਡੇ ਵਾਸਤੇ ਬਣਾ ਕੇ ਛੱਡ ਗਏ ਨੇ ਮੰਦਰ, ਹੈ ਸਾਡੇ ਵਾਸਤੇ।
ਦਰਸ਼ਕੋ, ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਅਸੀਂ ਆਪ ਦੇ ਨਾਲ ਜੁੜ ਰਹੇ ਹਾਂ। ਜੋ ਬੋਲੇ ਸੋ ਨਿਰਭੈ, ਭਗਵਾਨ ਵਾਲਮੀਕ ਮਹਾਰਾਜ ਕੀ ਜੈ। ਜੋ ਬੋਲੇ ਸੋ ਨਿਰਭੈ, ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਪਿਆਰੇ ਦਰਸ਼ਕੋ, ਬ੍ਰੇਕ ਤੋਂ ਪਹਿਲੋਂ ਸਾਡੇ ਵੀਰ ਕਰਤਾਰ ਚੰਦ ਜੀ ਨੇ ਸਾਨੂੰ ਬੜੇ ਹੀ ਵਿਸਤਾਰ ਦੇ ਨਾਲ ਜੋ ਪੰਡਿਤ ਜੀ ਨੇ ਮਹਾਨ ਕਾਰਜ ਕੀਤੇ ਉਹਨਾਂ ਦੇ ਬਾਰੇ ਦੱਸਿਆ। ਔਰ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਕੋਈ ਪੋਲੀਟੀਕਲ ਪੱਧਰ ਤੋਂ ਜਾਂ ਧਾਰਮਿਕ ਪੱਧਰ ਤੋਂ ਆਪਣੇ ਕੌਮ ਲਈ, ਆਪਣੇ ਦੇਸ਼ ਲਈ ਕਾਰਜ ਕਰਦਾ ਹੈ ਤਾਂ ਉਸ ਵਿੱਚ ਬੜੀ ਮਾਰ ਖਾਣੀ ਪੈਂਦੀ ਹੈ। ਔਰ ਜੇ ਅਸੀਂ ਪੰਡਿਤ ਬਖਸ਼ੀ ਰਾਮ ਜੀ ਵੱਲ ਦੇਖੀਏ ਤੇ ਉਹਨਾਂ ਨੇ ਆਪਣੀ ਜਦੋਜਹਿਦ ਦੇ ਦੌਰਾਨ ਜੇਲ੍ਹ ਦੀ ਚੱਕਰ ਵੀ ਉਹਨਾਂ ਨੂੰ ਖਾਣੇ ਪਏ। ਹੁਣ ਮੈਂ ਮੇਰੇ ਵੀਰ ਤਜਿੰਦਰ ਜੀ ਨੂੰ ਅਰਜ਼ ਕਰਦਾ ਹਾਂ ਕਿ ਉਹ ਸਾਰੇ ਦਰਸ਼ਕਾਂ ਨੂੰ ਇਹ ਦੱਸਣ ਦੀ ਕਿਰਪਾਲਤਾ ਕਰੇ ਕਿ ਪੰਡਿਤ ਜੀ ਕਿਉਂ ਜੇਲ੍ਹ ਨੂੰ ਗਏ, ਉਹਦਾ ਕੀ ਕਾਰਨ ਬਣਿਆ ਸੀਗਾ। ਹਾਂਜੀ ਤਜਿੰਦਰ ਜੀ। ਹਾਂਜੀ ਕਲਿਆਣ ਜੀ। ਭਾਵੇਂ ਆਜ਼ਾਦ ਭਾਰਤ ਦੇ ਸੰਵਿਧਾਨ ਵਿੱਚ ਅਨੁਸੂਚਿਤ ਜਾਤੀਆਂ ਅਤੇ ਬੈਕਵਰਡ ਸ਼੍ਰੇਣੀਆਂ ਦੇ ਲੋਕਾਂ ਨੂੰ ਕਾਫੀ ਅਧਿਕਾਰ ਮਿਲੇ ਸਨ, ਪਰ ਫਿਰ ਵੀ ਉਹਨਾਂ ਦੀ ਪੂਰਤੀ ਲਈ ਕਾਫੀ ਸੰਘਰਸ਼ ਕਰਨਾ ਪਿਆ। ਇਹਨਾਂ ਹੱਕਾਂ ਦੀ ਪ੍ਰਾਪਤੀ ਲਈ ਪੰਜਾਬ ਪ੍ਰਦੇਸ਼ ਵਾਲਮੀਕ ਸਭਾ ਦੇ ਅਹਿਮ ਭੂਮਿਕਾ ਨਿਭਾਈ। ਕਈ ਵਾਰ ਆਪਣੇ ਹੱਕਾਂ ਲਈ ਧਰਨੇ, ਮੋਰਚੇ ਅਤੇ ਗ੍ਰਿਫਤਾਰੀਆਂ ਵੀ ਦੇਣੀਆਂ ਪਈਆਂ। ਸਮੇਂ ਦੇ ਸਮਾਜਿਕ ਨੇਤਾ ਹੋਣ ਕਰਕੇ ਪੰਡਿਤ ਬਖਸ਼ੀ ਰਾਮ ਜੀ ਨੂੰ ਕਈ ਵਾਰ ਜੇਲ੍ਹ ਵੀ ਜਾਣਾ ਪਿਆ। ਸੰਨ 1931 ਵਿੱਚ ਪੰਜਾਬ ਪ੍ਰਦੇਸ਼ ਵਾਲਮੀਕ ਸਭਾ ਵੱਲੋਂ ਰਾਮ ਤੀਰਥ ਦੀ ਆਜ਼ਾਦੀ ਲਈ ਲੜਾਈ ਲੜੀ ਗਈ, ਜਿਸ ਕਰਕੇ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਪੰਡਿਤ ਬਖਸ਼ੀ ਰਾਮ ਅਤੇ ਉਹਨਾਂ ਦੇ ਸਾਥੀਆਂ ਨੂੰ ਫੜ ਕੇ ਜੇਲ੍ਹ ਵਿੱਚ ਰੱਖਿਆ ਗਿਆ। ਕਾਫੀ ਲੰਮੇ ਸਮੇਂ ਦੀ ਜਦੋਂ ਜਹਿਦ ਤੋਂ ਬਾਅਦ ਪੰਜਾਬ ਸਰਕਾਰ ਨੇ ਵਾਲਮੀਕੀ ਸਮਾਜ ਦੀਆਂ ਮੰਗਾਂ ਨੂੰ ਮੰਨ ਲਿਆ ਅਤੇ ਰਾਮ ਤੀਰਥ ਸਥਾਨ ਨੂੰ ਵਾਲਮੀਕੀ ਸਮਾਜ ਦੇ ਹਵਾਲੇ ਕਰ ਦਿੱਤਾ। ਸੰਨ 1939 ਵਿੱਚ ਭੰਗੀ ਲਹਿਰ ਚੱਲੀ, ਜਿਸ ਵਿੱਚ ਪੰਡਿਤ ਬਖਸ਼ੀ ਰਾਮ ਜੀ ਨੇ ਅਤੇ ਉਹਨਾਂ ਦੇ ਸਾਥੀਆਂ ਨੇ ਅਹਿਮ ਭੂਮਿਕਾ ਨਿਭਾਈ। ਸਾਰੇ ਹੀ ਵਾਲਮੀਕੀਆਂ ਨੇ ਸ਼ਹਿਰਾਂ ਦਾ ਗੰਦ ਚੁੱਕਣਾ ਬੰਦ ਕਰ ਦਿੱਤਾ। ਪੰਜਾਬ ਸਰਕਾਰ ਸਾਰੇ ਹੀ ਸਿਰ ਕੱਢ ਵਾਲਮੀਕੀ ਲੀਡਰਾਂ ਜੇਲ੍ਹਾਂ ਵਿੱਚ ਸੁੱਟ ਦਿੱਤੇ। ਪੰਡਿਤ ਜੀ ਇਸ ਲਹਿਰ ਦੇ ਲੀਡਰ ਸਨ। ਪੰਜਾਬ ਸਰਕਾਰ ਨੇ ਬਾਹਰੋਂ ਸਫਾਈ ਕਰਮਚਾਰੀ ਲਿਆ ਕੇ ਗੰਦ ਦੇ ਟਰੱਕ ਭਰ ਦਿੱਤੇ, ਪਰ ਵਾਲਮੀਕੀ ਟਰੱਕਾਂ ਦੇ ਮੂਹਰੇ ਲੇਟ ਗਏ। ਫਿਰ ਕੰਮ ਠੱਪ ਹੋ ਗਿਆ ਅਤੇ ਪੰਜਾਬ ਸਰਕਾਰ ਨੇ ਮਜ਼ਦੂਰ ਦੀਆਂ ਸਭ ਮੰਗਾਂ ਮੰਨ ਲਈਆਂ। ਪੰਡਿਤ ਬਖਸ਼ੀ ਰਾਮ ਜੀ ਆਜ਼ਾਦੀ ਦੀ ਲੜਾਈ ਵਿੱਚ ਵੀ ਸਰਗਰਮ ਰਹੇ। ਉਹ ਆਜ਼ਾਦ ਹਿੰਦ ਫੌਜ ਵਿੱਚ ਭਰਤੀ ਹੋ ਗਏ। ਰੰਗੂਨ ਵਿੱਚ ਅੰਗਰੇਜ਼ੀ ਹਕੂਮਤ ਨੇ ਉਹਨਾਂ ਨੂੰ ਪਕੜ ਕੇ ਸਾਲ ਤੋਂ ਉੱਪਰ ਜੇਲ੍ਹ ਵਿੱਚ ਰੱਖਿਆ। ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਉਹ ਪੰਜਾਬ ਆ ਗਏ ਅਤੇ ਔਰ ਫਿਰ ਵਾਲਮੀਕੀ ਸਮਾਜ ਦੀ ਸੇਵਾ ਵਿੱਚ ਜੁਟ ਗਏ। ਹਾਂਜੀ ਗੱਲ।
हाँ जी प्यारे दर्शकों, ਅਸੀਂ ਜੇ ਪੰਡਿਤ ਜੀ ਦੀ ਜ਼ਿੰਦਗੀ ਤੇ ਝਾਤੀ ਮਾਰੀਏ ਤਾਂ ਅਸੀਂ ਦੇਖਦੇ ਹਾਂ ਕਿ ਕਿੰਨੀਆਂ ਔਕੜਾਂ ਦਾ ਉਹਨਾਂ ਨੇ ਸਾਹਮਣਾ ਕੀਤਾ। ਜਾਤ ਪਾਤ ਦਾ ਵਿਤਕਰਾ, ਜੇਲ੍ਹਾਂ ਦੇ ਚੱਕਰ ਔਰ ਸਮਾਜ ਸੇਵਾ ਕੋਈ ਛੋਟੀ ਜਿਹੀ ਚੀਜ਼ ਨਹੀਂ ਹੈ। ਇਹ ਗਰੀਬ ਘਰਾਣੇ ਦੇ ਵਿੱਚੋਂ ਜਨਮ ਲੈ ਕੇ ਜੋ ਕੁਛ ਉਹਨਾਂ ਨੇ ਕੀਤਾ ਹੈ ਉਹ ਵਾਕਿਆ ਹੀ ਸ਼ਲਾਘਾਯੋਗ ਹੈ। ਪਿਆਰੇ ਦਰਸ਼ਕੋ, ਮੈਂ ਸਾਰੇ ਸਾਡੇ ਭੈਣ ਭਰਾਵਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਪੰਡਿਤ ਬਖਸ਼ੀ ਰਾਮ ਨੇ ਸਾਡੀ ਵਾਲਮੀਕੀ ਕੌਮ ਨੂੰ ਹੋਰ ਵੀ ਬਹੁਤ ਕੁਛ ਦਿੱਤਾ ਹੈ। ਵਾਲਮੀਕੀ ਕੌਮ ਨੂੰ ਜਾਗਰਤ ਕਰਨ ਲਈ ਉਹਨਾਂ ਨੇ ਭਗਵਾਨ ਵਾਲਮੀਕ ਜੀ ਦੇ ਉੱਤੇ ਬੜੀ ਖੋਜ ਕੀਤੀ। ਉਹਨਾਂ ਦੇ ਮਾਤਾ ਪਿਤਾ ਦੇ ਬਾਰੇ ਸਾਨੂੰ ਦੱਸਿਆ ਹੈ, ਉਹਨਾਂ ਦੇ ਪਰਿਵਾਰ ਦੇ ਬਾਰੇ ਸਾਨੂੰ ਦੱਸਿਆ ਹੈ ਔਰ ਖ਼ਾਸ ਕਰਕੇ ਜੋ ਉਹਨਾਂ ਦੀ ਭਗਵਾਨ ਵਾਲਮੀਕ ਜੀ ਦੀ ਬਾਣੀ ਹੈ ਜੋ ਉਸ ਬਾਰੇ ਸਾਨੂੰ ਦੱਸਿਆ ਹੈ। ਇਹ ਸਾਡੇ ਹੋਰ ਕਿਸੇ ਵੀ ਸਾਡੇ ਕੌਮ ਦੇ ਵਿੱਚ ਇਹੋ ਜਿਹਾ ਕੰਮ ਕਿਸੇ ਨੇ ਨਹੀਂ ਕੀਤਾ ਔਰ ਸਾਨੂੰ ਇਹ ਜਾਗਰਤ ਕਰਨ ਲਈ ਉਹਨਾਂ ਨੇ ਇੰਨੀ ਮਿਹਨਤ ਕੀਤੀ ਹੈ। ਕਰਤਾਰ ਚੰਦ ਜੀ ਪੰਡਿਤ ਜੀ ਨੇ ਜੋ ਭਗਵਾਨ ਵਾਲਮੀਕ ਦੀ ਇਤਿਹਾਸਿਕ ਰਿਸਰਚ ਕੀਤੀ ਹੈ, ਭਗਵਾਨ ਵਾਲਮੀਕ ਜੀ ਬਾਰੇ, ਉਹਨਾਂ ਦੀ ਬਾਣੀ ਬਾਰੇ, ਉਸ ਦੇ ਬਾਰੇ ਸਾਰੇ ਦਰਸ਼ਕਾਂ ਨੂੰ ਜਾਣੂ ਕਰਾਓ। ਹਾਂਜੀ ਕਲਿਆਣ ਜੀ, ਜਿੱਥੋਂ ਤੱਕ ਪੰਡਿਤ ਬਖਸ਼ੀ ਰਾਮ ਜੀ ਦਾ ਗੁਰੂ ਵਾਲਮੀਕ ਜੀ ਅਤੇ ਵਾਲਮੀਕੀ ਸਮਾਜ ਨਾਲ ਸੰਬੰਧ ਹੈ, ਉਹ ਉਹਨਾਂ ਦੇ ਜੀਵਨ ਅਤੇ ਉਹਨਾਂ ਦੇ ਸਮਾਜ ਪ੍ਰਤੀ ਕੀਤੇ ਗਏ ਸੰਘਰਸ਼ ਨੂੰ ਜਾਣ ਕੇ ਪਤਾ ਲੱਗ ਜਾਂਦਾ ਹੈ ਕਿ ਉਹ ਕਿਸ ਪ੍ਰਕਾਰ ਦੇ ਸਮਾਜਕ ਨੇਤਾ ਦੇ ਰੂਪ ਵਿੱਚ ਵਾਲਮੀਕੀ ਸਮਾਜ ਵਿੱਚ ਆਏ। ਉਹਨਾਂ ਦਾ ਸਾਰਾ ਜੀਵਨ ਵਾਲਮੀਕੀ ਸਮਾਜ ਪ੍ਰਤੀ ਸੰਘਰਸ਼ ਸੀ। ਉਹਨਾਂ ਨੇ ਗੁਰੂ ਵਾਲਮੀਕ ਜੀ ਦੀ ਉੱਚਤਾ, ਉਹਨਾਂ ਦੀ ਵਿਦਵਤਾ ਅਤੇ ਇਤਿਹਾਸ ਵਿੱਚ ਉਹਨਾਂ ਨੂੰ ਸਹੀ ਰੁਤਬਾ ਦਿਵਾਉਣ ਲਈ ਬਹੁਤ ਸਾਰੀ ਘਾਲਣਾ ਘਾਲੀ। ਪੰਡਿਤ ਬਖਸ਼ੀ ਰਾਮ ਜੀ ਦੇ ਸਮਾਜਕ ਕੰਮਾਂ ਨੂੰ ਦੇਖਦੇ ਹੋਏ ਭਾਸ਼ਾ ਵਿਭਾਗ ਪੰਜਾਬ ਦੇ ਸਾਬਕਾ ਡਾਇਰੈਕਟਰ ਸ਼੍ਰੀ ਰਜਿੰਦਰ ਸਿੰਘ ਜੀ ਲਿਖਦੇ ਹਨ ਕਿ ਪੰਡਿਤ ਬਖਸ਼ੀ ਰਾਮ ਜੀ ਇੱਕ ਮਹਾਨ ਸਮਾਜਿਕ ਪ੍ਰੇਮੀ, ਉੱਘੇ ਪ੍ਰਚਾਰਕ, ਸਦ ਭਾਵਨਾ ਭਰਪੂਰ, ਤੇਜ ਤਿਆਗੀ ਅਤੇ ਭਰਪੂਰ ਖੋਜੀ ਸਨ। ਉਹਨਾਂ ਨੇ ਬਹੁਤ ਸਾਰਾ ਇਤਿਹਾਸ ਪੜ੍ਹ ਕੇ ਡਿੱਗੇ ਹੋਏ ਵਾਲਮੀਕੀ ਸਮਾਜ ਨੂੰ ਨਵ ਨਿਰਮਾਣ ਦੇ ਰਸਤੇ ਉੱਤੇ ਤੋਰਿਆ। ਉਹਨਾਂ ਦਾ ਸਮਾਜ ਪ੍ਰਤੀ ਪਿਆਰ ਅਤੇ ਗੁਰੂ ਵਾਲਮੀਕ ਜੀ ਪ੍ਰਤੀ ਸ਼ਰਧਾ ਉਹਨਾਂ ਦੀਆਂ ਹੱਥ ਲਿਖਤ ਪੁਸਤਕਾਂ ਨੂੰ ਪੜ੍ਹ ਕੇ ਜ਼ਾਹਰ ਹੋ ਜਾਂਦੀ ਹੈ। ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ 11 ਪੁਸਤਕਾਂ ਲਿਖੀਆਂ। ਆਪਣੀਆਂ ਲਿਖਤਾਂ ਵਿੱਚੋਂ ਉਹਨਾਂ ਨੇ ਲੁਕੇ ਛਿਪੇ ਇਤਿਹਾਸ ਨੂੰ ਆਮ ਵਾਲਮੀਕੀਆਂ ਦੇ ਸਾਹਮਣੇ ਲਿਆਉਣ ਦਾ ਜੋ ਉਪਰਾਲਾ ਕੀਤਾ ਹੈ ਬਹੁਤ ਹੀ ਸ਼ਲਾਘਾਯੋਗ ਹੈ। ਹਰ ਪੁਸਤਕ ਵਿੱਚ ਉਹਨਾਂ ਨੇ ਹਰ ਸੱਚਾਈ ਨੂੰ ਸਾਹਮਣੇ ਲਿਆਉਣ ਲਈ ਵੱਖ-ਵੱਖ ਗ੍ਰੰਥਾਂ ਅਤੇ ਇਤਿਹਾਸਕ ਪੁਸਤਕਾਂ ਦੇ ਹਵਾਲੇ ਦਿੱਤੇ ਹਨ। ਉਹਨਾਂ ਨੇ ਆਪਣੀ ਭਰਪੂਰ ਖੋਜ ਦੌਰਾਨ 175 ਵੇਦ ਗ੍ਰੰਥਾਂ, ਧਾਰਮਿਕ ਅਤੇ ਇਤਿਹਾਸਕ ਪੁਸਤਕਾਂ ਦਾ ਅਧਿਐਨ ਕੀਤਾ ਜੋ ਬਹੁਤ ਹੀ ਸ਼ਲਾਘਾਯੋਗ ਹੈ। ਉਹਨਾਂ ਦਾ ਗੁਰੂ ਵਾਲਮੀਕ ਜੀ ਅਤੇ ਵਾਲਮੀਕੀ ਸਮਾਜ ਪ੍ਰਤੀ ਸੰਘਰਸ਼ ਅਤੇ ਪੂਰਤੀਆਂ ਨੂੰ ਦੇਖਦੇ ਹੋਏ ਪੰਜਾਬੀ ਸਾਹਿਤ ਦੇ ਬਹੁਤ ਸਾਰੇ ਵਿਦਵਾਨ ਲਿਖਾਰੀ ਉਹਨਾਂ ਨੂੰ
ਪੰਜਾਬ ਦਾ ਅੰਬੇਡਕਰ ਵੀ ਮੰਨਦੇ ਹਨ। ਪੰਡਤ ਬਖਸ਼ੀ ਰਾਮ ਜੀ ਪੁਰਾਤਨ ਅਤੇ ਅਜੋਕੇ ਇਤਿਹਾਸ ਦੀ ਖੋਜ ਕਰਕੇ ਭਗਵਾਨ ਵਾਲਮੀਕ ਜੀ ਨਾਲ ਜੁੜੀਆਂ ਕਈ ਗਲਤ ਦੰਤ ਕਥਾਵਾਂ ਨੂੰ ਗਲਤ ਅਤੇ ਬੇਬੁਨਿਆਦ ਸਾਬਤ ਕਰਕੇ ਉਹਨਾਂ ਨੇ ਸੱਚ ਨੂੰ ਸਾਹਮਣੇ ਲਿਆਂਦਾ ਹੈ। ਉਹਨਾਂ ਨੇ ਆਪਣੀ ਮਿਹਨਤ ਨਾਲ ਭਗਵਾਨ ਵਾਲਮੀਕ ਜੀ ਦੀ ਅਸਲੀ ਤਸਵੀਰ ਦੁਨੀਆ ਦੇ ਸਾਹਮਣੇ ਰੱਖੀ ਹੈ। ਉਹਨਾਂ ਆਪਣੀ ਖੋਜ ਰਾਹੀਂ ਇਹ ਸਾਬਤ ਕਰ ਦਿਖਾਇਆ ਹੈ ਕਿ ਭਗਵਾਨ ਵਾਲਮੀਕ ਜੀ ਦਾ ਸੰਬੰਧ ਰਾਜ ਘਰਾਣੇ ਨਾਲ ਹੈ। ਉਹ ਨਾਗਵੰਸ਼ੀ ਕੁਲ ਵਿੱਚੋਂ ਸਨ। ਆਰੀਆ ਲੋਕਾਂ ਨੇ ਬਾਹਰੋਂ ਆ ਕੇ ਨਾਗਵੰਸ਼ੀ ਲੋਕਾਂ ਨੂੰ ਆਪਣੇ ਗੁਲਾਮ ਬਣਾਇਆ, ਉਹਨਾਂ ਉੱਤੇ ਰਾਜ ਕੀਤਾ ਅਤੇ ਨਾਗਵੰਸ਼ੀਆਂ ਦੀ ਸਭਿਅਤਾ ਨੂੰ ਤਹਿਸ ਨਹਿਸ ਕਰਕੇ ਉਹਨਾਂ ਦਾ ਮਲੀਆ ਮੇਟ ਕਰ ਦਿੱਤਾ। ਪੰਡਤ ਬਖਸ਼ੀ ਰਾਮ ਜੀ ਨੇ ਇਸ ਇਤਿਹਾਸਕ ਖੋਜ ਸਾਡੇ ਸਾਹਮਣੇ ਰੱਖ ਕੇ ਸਾਨੂੰ ਵਾਲਮੀਕੀ ਸਮਾਜ ਨੂੰ ਨਵੀਂ ਸੇਧ ਦਿੱਤੀ ਹੈ। ਅੱਜ ਦਾ ਵਾਲਮੀਕੀ ਪੰਡਤ ਬਖਸ਼ੀ ਰਾਮ ਜੀ ਦਾ ਰਿਣੀ ਹੈ, ਜਿਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਵਾਲਮੀਕੀ ਸਮਾਜ ਦਾ ਨਵ ਨਿਰਮਾਣ ਕਰਨ ਲਈ ਭਰਪੂਰ ਯਤਨ ਅਤੇ ਮਿਹਨਤ ਕੀਤੀ ਹੈ। ਅਸੀਂ ਪੰਡਤ ਬਖਸ਼ੀ ਰਾਮ ਜੀ ਦਾ ਧੰਨਵਾਦ ਕਰਦੇ ਹਾਂ। ਹਾਂਜੀ ਹਾਂਜੀ ਪਿਆਰੇ ਦਰਸ਼ਕੋ, ਜਿਸ ਤਰ੍ਹਾਂ ਪਤਾ ਚੱਲਦਾ ਹੈ ਕਿ ਆਪਣੀ ਜ਼ਿੰਦਗੀ ਵਿੱਚ ਪੰਡਿਤ ਜੀ ਨੇ ਇਤਿਹਾਸਿਕ ਖੋਜ 'ਤੇ ਵੀ ਜ਼ੋਰ ਲਗਾਇਆ। ਉਹਨਾਂ ਨੇ ਪੋਲੀਟੀਕਲ ਪੱਖ ਤੋਂ ਵੀ ਬਹੁਤ ਕੰਮ ਕੀਤੇ ਔਰ ਸਾਡੀ ਕੌਮ ਨੂੰ ਉਹਨਾਂ ਨੇ ਜੋ ਪ੍ਰੇਰਨਾ ਦਿੱਤੀ, ਜੋ ਉਹਨਾਂ ਦੀ ਸਾਡੀ ਕੌਮ ਪ੍ਰਤੀ ਸੇਵਾ ਸੀ। ਇੰਨਾ ਸਮਾਂ ਕੋਈ ਇਨਸਾਨ ਕਿਸ ਤਰ੍ਹਾਂ ਕੱਢ ਸਕਦਾ ਹੈ, ਪਰ ਪੰਡਿਤ ਜੀ ਨੇ ਸਮਾਂ ਕੱਢ ਕੇ ਸਾਡੀ ਕੌਮ ਦੇ ਬਾਰੇ ਸੋਚਿਆ, ਸਾਡੇ ਗੁਰੂ ਦੇ ਬਾਰੇ ਸੋਚਿਆ ਔਰ ਪੋਲੀਟੀਕਲ ਪੱਖ ਤੋਂ ਸਾਨੂੰ ਉਹਨਾਂ ਨੇ ਬਹੁਤ ਫਾਇਦੇ ਲੈ ਕੇ ਦਿੱਤੇ। ਸੋ ਪਿਆਰੇ ਦਰਸ਼ਕੋ, ਅਸੀਂ ਜਿੰਨੀ ਵੀ ਪੰਡਿਤ ਜੀ ਉਹਨਾਂ ਦੀ ਤਾਰੀਫ ਕਰੀਏ ਉਹ ਥੋੜ੍ਹੀ ਹੈ। ਪਿਆਰੇ ਦਰਸ਼ਕੋ, ਮੇਰੇ ਵੀਰਾਂ ਨੇ ਸਾਨੂੰ ਪੰਡਿਤ ਬਖਸ਼ੀ ਰਾਮ ਜੀ ਦੇ ਬਾਰੇ, ਉਹਨਾਂ ਦਾ ਵਾਲਮੀਕੀ ਸਮਾਜ ਲਈ ਕੀਤੇ ਗਏ ਜੋ ਮਹਾਨ ਕਾਰਜ ਹੋਏ ਹਨ, ਉਹਨਾਂ ਦੇ ਬਾਰੇ ਬਹੁਤ ਕੁਝ ਦੱਸਿਆ ਹੈ। ਤਜਿੰਦਰ ਜੀ, ਜੋ ਪੰਡਿਤ ਜੀ ਨੂੰ ਆਪਣੇ ਜੀਵਨ ਵਿੱਚ ਕਾਮਯਾਬੀ ਪ੍ਰਾਪਤ ਹੋਈ ਹੈ, ਇਸ ਬਾਰੇ ਹੋਰ ਕੁਛ ਹੀ ਤੁਸੀਂ ਕਹਿਣਾ ਚਾਹੁੰਦੇ ਹੋ ਔਰ ਸਮਾਜਿਕ ਸੇਵਾ ਨਿਭਾਉਂਦੇ ਹੋਏ ਇਸ ਸੰਸਾਰ ਤੋਂ ਕਦੋਂ ਵਿਦਾ ਹੋ ਗਏ? ਹਾਂਜੀ ਤਜਿੰਦਰ ਜੀ। ਹਾਂਜੀ ਕਰਿਆ ਜੀ। ਜਿੱਥੋਂ ਤੱਕ ਵਿਅਕਤੀਗਤ ਤੌਰ 'ਤੇ ਮੈਂ ਪੰਡਿਤ ਬਖਸ਼ੀ ਰਾਮ ਜੀ ਉਹਨਾਂ ਨੂੰ ਜਾਣਦਾ ਹਾਂ, ਉਹ ਬਹੁਤ ਅੱਛੇ ਨੇਕ ਦਿਲ ਅਤੇ ਮਿਹਨਤੀ ਇਨਸਾਨ ਸਨ। ਉਹਨਾਂ ਦਾ ਸਮਾਜਿਕ ਅਤੇ ਰਾਜਨੀਤਿਕ ਜੀਵਨ ਹੱਕਾਂ ਦੀ ਪ੍ਰਾਪਤੀ ਲਈ ਇੱਕ ਸੰਘਰਸ਼ ਸੀ। ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ ਵਾਲਮੀਕੀ ਸਮਾਜ ਦੇ ਹੱਕਾਂ ਲਈ ਬਹੁਤ ਸਾਰੀਆਂ ਲੜਾਈਆਂ ਲੜੀਆਂ ਅਤੇ ਕਾਮਯਾਬੀ ਵੀ ਪ੍ਰਾਪਤ ਕੀਤੀ, ਜਿਹੜੀ ਅੱਜ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ। ਪੰਡਿਤ ਬਖਸ਼ੀ ਰਾਮ ਜੀ ਵਾਲਮੀਕੀ ਸਮਾਜ ਵਿੱਚ ਇੱਕ ਮਹਾਨ ਸਮਾਜ ਸੁਧਾਰਕ, ਰਾਜਨੀਤਿਕ ਅਤੇ ਸਮਾਜਿਕ ਨੇਤਾ ਦੇ ਤੌਰ 'ਤੇ ਪਹਿਲੇ ਦਰਜੇ ਦੇ ਨੇਤਾ ਮੰਨੇ ਜਾਂਦੇ ਹਨ। ਉਹਨਾਂ ਦੀ ਲੋਕਪ੍ਰਿਯਤਾ ਨੂੰ ਦੇਖਦੇ ਹੋਏ ਸੰਨ 1981 ਵਿੱਚ ਸੰਗਤਾਂ ਦੇ ਕਹਿਣ 'ਤੇ ਉਹ ਇੰਗਲੈਂਡ ਫੇਰੀ 'ਤੇ ਆਏ। ਇਸ ਸਮੇਂ ਦੌਰਾਨ ਬੈਡਫੋਰਡ ਵਿਖੇ ਭਗਵਾਨ ਵਾਲਮੀਕ ਮੰਦਰ ਦੀ ਓਪਨਿੰਗ ਸੈਰਾਮਨੀ ਹੋਈ। ਆਪਣੇ ਭਾਸ਼ਣ ਵਿੱਚ
ਬੋਲਦਿਆਂ ਉਹਨਾਂ ਨੇ ਸਾਰੀ ਵਾਲਮੀਕੀ ਕਮਿਊਨਿਟੀ ਨੂੰ ਵਧਾਈ ਦਿੰਦਿਆਂ ਇਕਜੁੱਟ ਹੋ ਕੇ ਸਮਾਜ ਸੇਵਾ ਲਈ ਪ੍ਰੇਰਿਤ ਕੀਤਾ। ਪੰਡਿਤ ਬਖਸ਼ੀ ਰਾਮ ਜੀ ਇੱਕ ਮਹਾਨ ਸ਼ਖਸੀਅਤ, ਇੱਕ ਗੰਭੀਰ ਵਿਦਿਆਰਥੀ, ਉੱਚ ਕੋਟੀ ਦੇ ਸਾਹਿਤਕਾਰ ਅਤੇ ਖੁੱਭੇ ਹੋਏ ਖੋਜੀ ਸਨ। ਉਹਨਾਂ ਦੀਆਂ ਕੁਰਬਾਨੀਆਂ ਅਤੇ ਪ੍ਰਾਪਤੀਆਂ ਉੱਪਰ ਸਾਰੇ ਹੀ ਵਾਲਮੀਕੀ ਸਮਾਜ ਨੂੰ ਮਾਣ ਰਹੇਗਾ। ਅੰਤ ਵਿੱਚ ਉਹ ਵਾਲਮੀਕੀ ਸਮਾਜ ਦੀ ਸੇਵਾ ਕਰਦੇ ਕਰਦੇ ਲੁਧਿਆਣਾ ਵਿਖੇ 26 ਨਵੰਬਰ 1992 ਨੂੰ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦਾ ਅੰਤਿਮ ਸੰਸਕਾਰ ਸਰਕਾਰੀ ਤੌਰ 'ਤੇ ਕੀਤਾ ਗਿਆ। ਪੰਜਾਬ ਦੇ ਵੱਡੇ ਵੱਡੇ ਲੀਡਰਾਂ ਅਤੇ ਅਫਸਰ ਸ਼ਾਮਲ ਹੋਏ। ਉਹਨਾਂ ਨੂੰ 11 ਤੋਪਾਂ ਦੀ ਸਲਾਮੀ ਦੇ ਕੇ ਪੂਰੇ ਕੌਮੀ ਸਤਿਕਾਰ ਨਾਲ ਅਗਨ ਭੇਟਾ ਕੀਤਾ ਗਿਆ। ਹਾਂਜੀ ਗਲੇ ਹਾਂਜੀ, ਬਹੁਤ ਬਹੁਤ ਧੰਨਵਾਦ ਤੇਜਿੰਦਰ ਜੀ। ਪਿਆਰੇ ਦਰਸ਼ਕੋ, ਅਸੀਂ ਜਿੰਨੀ ਵੀ ਪੰਡਿਤ ਜੀ ਦੀ ਤਾਰੀਫ ਕਰੀਏ ਉਹ ਘੱਟ ਪੈਂਦੀ ਹੈ। ਪੰਡਿਤ ਜੀ ਨੇ ਆਪਣਾ ਜੀਵਨ ਆਪਣੇ ਵਾਲਮੀਕੀ ਕੌਮ ਲਈ ਕੁਰਬਾਨ ਕਰ ਦਿੱਤਾ ਔਰ ਜੇ ਅਸੀਂ ਦੇਖੀਏ ਤਾਂ ਵਾਲਮੀਕੀਆਂ ਦੇ ਵਿੱਚੋਂ ਪੰਡਿਤ ਦੀ ਪਦਵੀ ਕੋਈ ਘੱਟ ਹੀ ਕਿਸੇ ਨੇ ਪਾਈ ਹੈ, ਪਰ ਪੰਡਿਤ ਜੀ ਨੂੰ ਇਹ ਪਦਵੀ ਵੀ ਪ੍ਰਾਪਤ ਹੋਈ ਔਰ ਅਸੀਂ ਉਸ ਨੂੰ ਯਾਦ ਕਰਦੇ ਹੋਏ ਇਹੀ ਕਹਿ ਸਕਦੇ ਹਾਂ ਕਿ ਜੇ ਕਾਸ਼ ਸਾਡੇ ਵਾਲਮੀਕੀ ਭਾਈਚਾਰੇ ਵਿੱਚ ਹੋਰ ਵੀ ਲੀਡਰ ਪੰਡਿਤ ਬਖਸ਼ੀ ਰਾਮ ਵਰਗੇ ਪੈਦਾ ਹੁੰਦੇ ਤੇ ਸਾਡੀ ਕੌਮ ਹੋਰ ਵੀ ਤਰੱਕੀ ਕਰ ਸਕਦੀ ਸੀ। ਪੰਡਿਤ ਬਖਸ਼ੀ ਰਾਮ ਜੀ ਇੱਕ ਅਜ਼ੀਮ ਸ਼ਖਸੀਅਤ ਸੀ ਜਿਨ੍ਹਾਂ ਦਾ ਅਸੀਂ ਭਗਵਾਨ ਵਾਲਮੀਕ ਮੰਦਰ ਬੈਡਫੋਰਡ ਵੱਲੋਂ, ਭਗਵਾਨ ਵਾਲਮੀਕ ਮੰਦਰ ਬੈਡਫੋਰਡ ਦੀ ਸੰਗਤ ਵੱਲੋਂ ਉਹਨਾਂ ਨੂੰ ਅਸੀਂ ਲੱਖ ਲੱਖ ਸਲਾਮ ਪੇਸ਼ ਕਰਦੇ ਹਾਂ। जो बोले सो निरभै भगवान वाल्मीकि महाराज की जय। जो बोले सो निरभै सतगुरु रविदास महाराज की जय। की न की तयो नाने है साडे वास्ते, की न की तयो नाने है साडे वास्ते, की न की तयो नाने है साडे वास्ते। ओ सारे गए ने मंदिर है साडे वास्ते, की न की तयो नाने है साडे वास्ते, की न की तयो नाने है साडे वास्ते। मनाउंदे सी दिहाड़े लैके हाल बाहर दे, मनाउंदे सी दिहाड़े लैके हाल बाहर दे, लगाउंदे सी दीवान साडे सतगुरां दे, लगाउंदे सी दीवान साडे सतगुरां दे। की न की तयो नाने है साडे वास्ते, की न की तयो नाने है साडे वास्ते। देख
ਕੇ ਦੁਖੜੇ ਉਹਨਾਂ ਆਪਣੀ ਕੌਮ ਦੇ ਦੇਖ ਕੇ ਦੁਖੜੇ ਉਹਨਾਂ ਆਪਣੀ ਕੌਮ ਦੇ ਬਣਾ ਦਿੱਤੇ ਮੰਦਰ ਉਹਨਾਂ ਸਾਡੇ ਵਾਸਤੇ ਬਣਾ ਦਿੱਤੇ ਮੰਦਰ ਉਹਨਾਂ ਸਾਡੇ ਵਾਸਤੇ ਕੀ ਨਾ ਕੀਤਾ ਉਹਨਾਂ ਨੇ ਹੈ ਸਾਡੇ ਵਾਸਤੇ ਕੀ ਨਾ ਕੀ